ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ ਆਏ ਪ੍ਰਭ ਸ਼ਰਨਾਗਤੀ ਕਿਰਪਾ ਨਿਧ ਦਿਆਲ ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਬੱਬੈ ਬੂਝੈ ਨਾਹੀ ਮੂੜੇ ਭਰਮ ਭੂਲੇ ਤੇਰਾ ਜਨਮ ਗਿਆ ਅਣਹੋਂਦਾ ਨਾਉ ਧਰਾਇਆ ਪਾਦਾ ਅਵਰਾ ਕਾ ਭਾਰ ਤੁਧ ਲਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਸ਼ਬਦ ਗੁਰੂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕੀਤੀ ਹੈ, ਸਤ ਸੰਗਤ ਦਾ ਅਮੋਲਕ ਸਮਾਂ ਬਖਸ਼ਿਆ ਹੈ। ਸਤਿਗੁਰੂ ਜੀ ਦੀ ਕਿਰਪਾ ਸਦਕਾ ਜੋ ਇਸ ਪਾਵਨ ਸਥਾਨ 'ਤੇ ਗੁਰਬਾਣੀ ਦੀ ਲੜੀਵਾਰ ਕਥਾ ਚੱਲ ਰਹੀ ਹੈ, ਤਿਸ ਦੇ ਤਹਿਤ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੀ ਪਾਵਨ ਬਾਣੀ ਜੋ ਪੱਟੀ ਦੇ ਸਿਰਲੇਖ ਹੇਠਾਂ ਗੁਰੂ ਪਾਤਸ਼ਾਹ ਜੀ ਨੇ ਉਚਾਰਨ ਕੀਤੀ, ਇਹ ਪਾਵਨ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 434 ਅੰਗ ਤੋਂ ਆਰੰਭ ਹੋ ਕੇ 435 ਅੰਗ 'ਤੇ ਸੰਪੂਰਨ ਹੁੰਦੀ ਹੈ। ਇਸ ਪਾਵਨ ਬਾਣੀ ਦੀਆਂ 18 ਪੌੜੀਆਂ ਹਨ ਔਰ ਇੱਕ ਰਹਾਉ ਦਾ ਬੰਦ ਹੈ। ਰਹਾਉ ਦਾ ਬੰਦ ਮਨ ਐਸਾ ਲੇਖਾ ਤੂੰ ਕੀ ਪੜ੍ਹਿਆ, ਲੇਖਾ ਦੇਣਾ ਤੇਰੇ ਸਿਰ ਰਹਿਆ। ਰਹਾਉ ਰਹਾਉ ਦੇ ਬੰਦ ਵਿੱਚ ਗੁਰਬਾਣੀ ਜਿਹੜੀ ਵੀ ਬਾਣੀ ਜਾਂ ਸ਼ਬਦ ਹੈ ਉਹਦਾ ਸਾਰਾ ਮੁੱਖ ਅਰਥ ਭਾਵ ਰਹਾਉ ਦੇ ਬੰਦ ਵਿੱਚ ਹੁੰਦਾ ਹੈ। ਇਸੇ ਤਰ੍ਹਾਂ ਇਸ ਪਾਵਨ ਬਾਣੀ ਦਾ ਸਾਰਾ ਮੁੱਖ ਭਾਵ ਇਸ ਰਹਾਉ ਦੇ ਬੰਦ ਵਿੱਚ ਹੈ। ਜਦੋਂ ਕੋਈ ਜਗਿਆਸੂ ਸਾਧਨਾ ਕਰਦਾ ਹੈ, ਨਾਮ ਜਪਦਾ ਹੈ ਤੇ ਉਹਨੂੰ ਅੰਦਰੋਂ ਸੋਝੀ ਆਉਣ ਲੱਗ ਜਾਂਦੀ ਹੈ, ਜੇਕਰ ਉਹ ਵਾਕਿਆ ਹੀ ਸਾਧਨਾ ਕਰ ਰਿਹਾ ਹੈ। ਦੋ ਤਰ੍ਹਾਂ ਦੇ ਲੋਕ ਹੁੰਦੇ ਨੇ, ਇੱਕ ਲੋਕਾਂ ਨੂੰ ਦਿਖਾਉਣ ਵਾਸਤੇ ਬਾਣੀ ਪੜ੍ਹਦੇ ਨੇ, ਵਾਹਿਗੁਰੂ ਵਾਹਿਗੁਰੂ ਕਰਦੇ ਨੇ, ਪਰ ਇੱਕ ਆਪਣੇ ਆਪ ਦੀ ਖੋਜ ਕਰਨ ਵਾਸਤੇ ਬਾਣੀ ਪੜ੍ਹਦੇ ਨੇ, ਨਾਮ ਜਪਦੇ ਨੇ। ਜੋ ਦਿਖਾਵੇ ਮਾਤਰ ਪੜ੍ਹਦੇ ਨੇ, ਸਾਰੀ ਉਮਰ ਪੜ੍ਹ ਕੇ ਵੀ ਕੋਈ ਪ੍ਰਾਪਤੀ ਨਹੀਂ ਹੈ, ਕਿਉਂਕਿ
ਬਾਣੀ ਨੂੰ ਪੜ੍ਹ ਕੇ ਵਿਚਾਰ ਕੇ ਸਿਮਰਨ ਕਰਕੇ ਆਪਣੇ ਮਨ ਦੇ ਨੇੜੇ ਆਉਣਾ ਸੀ, ਪਰ ਉਹ ਤਾਂ ਕੀਤਾ ਨਹੀਂ ਹੈ, ਸੁਣਿਆ ਹੈ ਨਹੀਂ, ਪੜ੍ਹੀ ਜ਼ਰੂਰ ਗਏ। ਸਤਿਗੁਰੂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ, ਜਾਂ ਹੋਰ ਕਈ ਤਰ੍ਹਾਂ ਦੀ ਕਿਰਿਆ ਵਿੱਚ ਦੁਨੀਆ ਉਲਝ ਗਈ। ਪਖੰਡ ਕਰਨ ਦੇ ਵਿੱਚ ਕਾਂ ਪਿਓ ਜੋ ਦੋ ਲੋਚਨ ਮੂੰਦ ਕੈ ਬੈਠ ਰਿਓ ਬਕ ਧਿਆਨ ਲਗਾਇਓ। ਅੱਖਾਂ ਬੰਦ ਕਰਨੀਆਂ ਮਾੜੀ ਗੱਲ ਨਹੀਂ ਹੈ, ਸਮਾਧੀ ਲਾ ਕੇ ਬਹਿਣਾ ਮਾੜੀ ਗੱਲ ਨਹੀਂ ਹੈ, ਪਰ ਉਹਦੇ ਵਿੱਚ ਤੇਰਾ ਧਿਆਨ ਕਿੱਥੇ? ਗੱਲ ਇਹ ਹੈ, ਜੇਕਰ ਧਿਆਨ ਬਗਲੇ ਦੀ ਤਰ੍ਹਾਂ ਹੈ ਫਿਰ ਉਹ ਸਮਾਧੀ ਨਹੀਂ ਮੰਨੀ ਗਈ, ਪਖੰਡ ਮੰਨਿਆ ਗਿਆ ਹੈ। ਤੇ ਪਾਤਸ਼ਾਹ ਜੀ ਕਹਿੰਦੇ, ਕਾਂ ਪਿਓ ਜੋ ਦੋ ਲੋਚਨ ਮੂੰਦ ਕੈ ਬੈਠ ਰਿਓ ਬਕ ਧਿਆਨ ਲਗਾਇਓ। ਨਹਾਤ ਫਿਰਿਓ ਲਈ ਸਾਸ ਸਮੁੰਦਰਨ। ਤੀਰਥਾਂ 'ਤੇ ਜਾਣਾ ਮਾੜੀ ਗੱਲ ਨਹੀਂ ਹੈ, ਕੋਈ ਜਾਵੇ ਜਿਹਦੇ ਕੋਲ ਸਮਾਂ ਹੈ, ਪਰ ਉੱਥੇ ਜਾ ਕੇ ਇਹ ਵੇਖੋ ਤੂੰ ਗਿਆਨ ਕੀ ਗੁਣ ਕੀ ਲਿਆ ਹੈ। ਤੀਰਥ ਨਾਵਣ ਜਾਓ, ਤੀਰਥ ਨਾਮ ਹੈ। ਇਹ ਬੜਾ ਗਹਿਰਾ ਬਚਨ ਹੈ ਮਹਾਰਾਜ ਜੀ ਦਾ। ਤੀਰਥ ਜਿਹੜਾ ਹੈ ਉਹ ਜੜ ਹੈ, ਤੇ ਮਹਾਰਾਜ ਕਹਿੰਦੇ ਤੀਰਥ ਨਾਮ ਹੈ। ਨਾਮ ਤਾਂ ਚੇਤਨ ਹੈ। ਵੇਖੋ ਕਿੰਨਾ ਸੌਖਾ ਬਚਨ ਪਾਠ ਵਿੱਚ ਸੁਣਨ ਵਿੱਚ, ਪਰ ਜਦੋਂ ਇਹਦਾ ਅਰਥ ਸੁਣਾਂਗੇ ਅਰਥ ਬੜਾ ਗਹਿਰਾ ਹੈ। ਤੀਰਥ ਨਾਵਣ ਜਾਓ, ਤੀਰਥ ਨਾਮ ਹੈ। ਨਾਮ ਤੀਰਥ ਨਹੀਂ ਹੈ, ਤੀਰਥ ਜੜ ਹੈ। ਜੜ ਜੋ ਕਿਸੇ ਥਾਂ 'ਤੇ ਰੁਕਿਆ ਹੋਇਆ ਹੈ। ਤੀਰਥ ਦਾ ਆਕਾਰ ਹੈ, ਨਾਮ ਦਾ ਕੋਈ ਆਕਾਰ ਨਹੀਂ ਹੈ। ਤੇ ਉੱਥੇ ਫਿਰ ਮਹਾਰਾਜ ਕਹਿ ਕੀ ਰਹੇ ਨੇ ਵੀ ਤੀਰਥਾਂ 'ਤੇ ਜਾਓ, ਪਰ ਉੱਥੇ ਜਾ ਕੇ ਵੇਖੋ ਨਾਮ ਹੈ। ਕਿਤੇ ਵੀ ਆਪਾਂ ਜਾਂਦੇ ਹਾਂ, ਬਾਜ਼ਾਰ ਵਿੱਚ ਗਏ, ਆਪਾਂ ਨੂੰ ਪਤਾ ਲੱਗ ਗਿਆ ਇਹ ਬਾਜ਼ਾਰ ਸਰਾਫਾ ਬਾਜ਼ਾਰ ਹੈ, ਇਹ ਬਾਂਸ ਬਾਜ਼ਾਰ ਹੈ, ਇਹ ਬਸਤਰਾਂ ਵਾਲਾ, ਇਹ ਭਾਂਡਿਆਂ ਵਾਲਾ, ਅਤੇ ਉੱਥੇ ਭਾਂਡੇ ਹੀ ਨਾ ਹੋਣ। ਸਰਾਫਾ ਬਾਜ਼ਾਰ ਵਿੱਚ ਚਲੇ ਗਏ, ਸੋਨੇ ਦੇ ਗਹਿਣੇ ਨਹੀਂ ਹੈ, ਅਤੇ ਉਹ ਕਾਹਦਾ ਬਾਜ਼ਾਰ ਫਿਰ ਹੋਇਆ। ਸਬਜ਼ੀ ਮੰਡੀ ਵਿੱਚ ਚਲੇ ਗਏ, ਉੱਥੇ ਸਬਜ਼ੀ ਨਹੀਂ ਹੈ, ਅਤੇ ਸਬਜ਼ੀ ਮੰਡੀ ਫਿਰ ਕਾਹਦੀ ਹੈ। ਇਸੇ ਤਰ੍ਹਾਂ ਤੀਰਥਾਂ 'ਤੇ ਗਏ, ਉੱਥੇ ਜਾ ਕੇ ਵੇਖੋ ਨਾਮ ਹੈ, ਨਾਮ ਜਪਿਆ ਜਾ ਰਿਹਾ। ਕੀ ਸਾਨੂੰ ਉੱਥੇ ਨਾਮ ਨਾਲ ਮਿਲਦਾ, ਕੀ ਉਪਦੇਸ਼ ਮਿਲਿਆ ਹੈ। ਜੇਕਰ ਇਹ ਗੱਲ ਲੈ ਕੇ ਗਏ ਫਿਰ ਤੇ ਜਾਣਾ ਸਫਲ ਹੈ, ਅਤੇ ਜੇ ਸ਼ੁਗਲ ਮੇਲੇ ਵਾਸਤੇ ਗਏ ਫਿਰ ਮਹਾਰਾਜ ਕਹਿੰਦੇ ਇਹ ਕੀਤਾ ਹੋਇਆ ਕਰਮ ਭਾਵੇਂ ਸਾਰੀ ਦੁਨੀਆ ਦੇ ਤੀਰਥਾਂ 'ਤੇ ਚਲਾ ਜਾਵੀਂ, ਪੱਲੇ ਕੁਝ ਵੀ ਨਹੀਂ ਪੈਣਾ। ਰੂਹਾਨੀ ਤੌਰ 'ਤੇ ਤੇਰੇ ਪੱਲੇ ਕੁਝ ਵੀ ਨਹੀਂ ਪੈਣਾ। ਇਸ ਕਰਕੇ ਜਦੋਂ ਕੋਈ ਜਗਿਆਸੂ ਅੰਤਰੀ ਭਾਵ ਕਰਕੇ ਸਾਧਨਾ ਕਰਦਾ ਹੈ, ਭਾਵੇਂ ਤੁਸੀਂ ਬਾਣੀ ਦੀ ਇੱਕ ਪੰਕਤੀ ਪੜ੍ਹਨ ਲੱਗ ਜਾਵੋ ਅੰਤਰਮੁਖ ਹੋ ਕੇ, ਤੇ ਫਿਰ ਆਪਣੇ ਮਨ ਦੇ ਨੇੜੇ ਆਵੇਗਾ। ਸਭ ਤੋਂ ਪਹਿਲਾਂ ਜਦੋਂ ਕੋਈ ਮਨੁੱਖ ਸਾਧਨਾ ਵਿੱਚ ਸਫਲ ਹੁੰਦਾ, ਪਹਿਲਾਂ ਆਪਣੇ ਤਨ ਦੇ ਨੇੜੇ ਆਉਂਦਾ, ਫਿਰ ਮਨ ਦੇ ਨੇੜੇ ਆਉਂਦਾ ਹੈ। ਅਤੇ ਜਦੋਂ ਮਨ ਦੇ ਨੇੜੇ ਆਉਂਦਾ ਫਿਰ ਪਤਾ ਲੱਗਦਾ ਵੀ ਮਨ ਦਾ ਕਿੰਨਾ ਖਿਲਾਰਾ ਖਿਲਰਿਆ ਹੋਇਆ ਹੈ। ਉੱਥੇ ਫਿਰ ਮਨ ਨੂੰ ਉਪਦੇਸ਼ ਕੀਤਾ ਗਿਆ ਹੈ, ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹ ਕੁਟੰਬ ਜੇ ਤੂੰ ਵੇਖਦਾ ਚੱਲੇ ਨਾਹੀਂ ਤੇਰਾ ਨਾਲੇ। ਉੱਥੇ ਮਨ ਨੂੰ ਫਿਰ ਕਿਹਾ ਗਿਆ, ਆਪਣੇ ਮਨ ਨੂੰ ਫਿਰ ਆਪ ਉਪਦੇਸ਼ ਕੀਤਾ ਹੈ। ਬਾਣੀ ਮਹਾਰਾਜ ਨੇ ਸਾਡੇ ਵਾਸਤੇ ਉਚਾਰਨ ਕੀਤੀ। ਜਦੋਂ ਕੋਈ ਜਗਿਆਸੂ ਉਸ ਅਵਸਥਾ ਵਿੱਚ ਜਾਂਦਾ, ਫਿਰ ਆਪਣੇ ਮਨ ਨੂੰ ਕਹਿੰਦਾ, ਮਨਾ ਤੂੰ ਇਹ ਕਿਹੜੇ ਕੁਟੰਬ ਦੇ ਮੋਹ ਵਿੱਚ ਫਸਿਆ ਹੋਇਆ ਹੈ। ਸਰੀਰ ਨੂੰ ਨਹੀਂ ਰੋਕਿਆ, ਸਰੀਰ ਪਰਿਵਾਰ ਵਿੱਚ ਰਹੇ, ਕੁਟੰਬ ਵਿੱਚ ਰਹੇ, ਸਰੀਰ ਦੁਨੀਆ ਦੀ ਕਾਰ ਕਰੇ, ਕੋਈ ਗੱਲ ਨਹੀਂ, ਪਰ ਮਨ ਨਹੀਂ ਉੱਥੇ ਹੋਣਾ ਚਾਹੀਦਾ। ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹ ਮਨ ਚੰਚਲਾ ਚਤਰਾਈ ਕਿਨੇ ਨਾ ਪਾਇਆ। ਫਿਰ ਮਨ ਚਤਰਾਈਆਂ ਕਰਨ ਲੱਗ ਜਾਂਦਾ ਹੈ। ਥੋੜ੍ਹਾ ਜਿਹਾ ਕਈ ਤਰ੍ਹਾਂ ਦੀਆਂ ਮਨ ਚਤਰਾਈਆਂ ਕਰਦਾ, ਧਰਮ ਦੀ ਦੁਨੀਆ ਵਿੱਚ ਚੱਲਦਾ ਹੋਇਆ ਵੀ। ਪਾਤਸ਼ਾਹ ਕਹਿੰਦੇ ਇਹ ਮਨਾ ਇੱਦਾਂ ਵੀ ਗੱਲ ਨਹੀਂ ਬਣਨੀ। ਚਤਰਾਈ ਸਿਆਣ ਪਾਏ ਕਿਤੇ ਕਾਮ ਨ ਆਈਐ, ਟੁੱਠਾ ਸਾਹਿਬ ਜੋ ਦੇਵੈ ਸੋਈ ਸੁਖ ਪਾਈਐ।
तो इत्थे भी महाराज गुरु अमरदास पातशाह कह रहे ने, मन ऐसा लेखा तू की पढ़िया मना। दुनिया के धार्मिक ग्रंथ पढ़ ले जां दुनिया दियां डिग्रियां लै लिया दुनियावी विद्या दियां, ते आख्या मैं बड़ा पढ़ लिख गया हाँ, पर जदों कोई मन के नेड़े आया तो इन्हें आख्या मना तू पढ़िया ही की है, तेनों तो एक अखर भी नहीं आता, जिहड़ी पढ़ाई तेरी है वो तो तू पढ़िया ही नहीं है। जिहड़ी पढ़ाई अपनी आपां वो करिए ना, दूजा आपां करिए अपना किहड़े काम है, किसी काम नहीं है। अपना जिहड़ा काम है आपां उही करिए तो उहदे विच ठीक रहांगे। तो पातशाह कहंदे लेखा देना तेरे सिर रहिया, तेरा जिहड़ा लेखे दा काम सी तू लेखा जिहड़ा देना सी, क्योंकि आपां उस मालक वाहिगुरू तो कुछ लैके आए हाँ तो उहदा जाके हिसाब देना है। वाहिगुरू कोलों आपां की लैके आए हाँ, ये जिंदगी लैके आए हाँ, ये सवास लैके आए हाँ, तो हर एक सवास का उन्हें लेखा मंगना भी। दस एक एक सवास कितना कीमती है। जिहड़े आपां सवास वरतते हैं, कितना सवास कीमती एक सवास अपने वास्ते। विद्वानां दे कथन अनुसार भी 24 घंटिया में 24,000 सवास बंदा वरत लैंदा। 24,000 सवास। एक सवास कितना कीमती है आपां नूं नहीं पता। आपां सोचांगे एवें ही जिंदगी है। एक सवास इन्ना कीमती है कि दुनिया की सारी दौलत एक पासे कर लो तो एक सवास खरीदण वास्ते को भी दुनिया की सारी दौलत दे के एक सवास भी आपां नहीं खरीद सकते। कितना कीमती है। तो आपां 24,000 सवास उड़ा देने हाँ। रैन गवाई सोए कै, दिवस गवाया खाए, हीरे जैसा जन्म है कोडी बदले जाए। कितना कीमती सवास। दुनिया की सारी दौलत दे के भी सवास नहीं खरीद सकते आपां। 2-4 सवास आपां खरीद लांगे, लोड़ पै जाए बंदे नूं भी आखिरी टाइम कोई गल करनी है, तो एक सवास भी नहीं खरीद सकते। तो वाहिगुरू ने फिर जिन्हें सवास जिंदगी दी उन्हें हिसाब मंगना भी। इन्ना कीमती तेनों जीवन दे के भेजिया है, दस कित्थे गवाए ने, कित्थे खर्च दिते ने सारे। तो यदा लेखा देना है। लेखा देना तेरा सिर रिया। हाँ जे तू नाम जपदा बंदगी करदा तो यह लेखा निबड़ जाना सी। तू नाम धन दे नाल मालो माल हो जाना सी, कोई करजा नहीं सी रहना। मेरा हीरा रतन नाम हर वसिया, गुर हाथ धरियो मेरे माथा। जन्म जन्म के किल विख दुख उतरे, गुर नाम दियो ऋण लाथा करजा लै गया। तो पातशाह धन गुरु अमरदास महाराज जी हुण अगे जो साढ़े ते किरपा कर रहे ने, आओ सतगुरु जी के अमृत बचनां दी विचार आरंभ करिए। गुरु चरणों में हाज़री लवाओ, प्यार नाल आखो सतनाम श्री वाहिगुरु साहिब जी। बब्बै बूझै नाई मूड़े, परम भूले तेरा जन्म गया। बब्बे अखर द्वारा महाराज की कहते ने, बब्बै बूझै नाही मूड़े। तू समझिया ही नहीं जिंदगी के रहस नूं, वाहिगुरू परमात्मा के मार्ग नूं जानिया ही नहीं है, ते भरम विच भुलिया रहा। भरम की है? भगत रविदास जी कहते हैं कि जब हम होते तब तू नाही, अब तू ही मैं नाही। अनल अगम जैसे लहर में उदत जल, केवल जल माही। माधवे क्या कही है भ्रम ऐसा, जैसा मानीए होए ना तैसा। भरम की डेफिनेशन की है? जिन्हों आपां सच करके मनते हैं वो सच नहीं हुंदा। बच्चे जदों कई बार हुंदा मीह पै के हटदा तो बदल जे खाली बदल उपर देते हैं ना, तो उहदे विच कई तरह दियां तुसीं ध्यान नाल वेखना तस्वीरां दिखदियां ने। खास करके बच्चे परच जाते हैं उन्हां चीज़ों नूं वेख वेख के।
ਤੇ ਉਹ ਹੁੰਦਾ ਸੱਤ ਨਹੀਂ। ਉਹ ਇੱਦਾਂ ਲੱਗਦਾ ਵੀ ਉੱਤੇ ਮਹਿਲ ਬਣੇ ਹੋਏ ਨੇ, ਜਾਂ ਉੱਤੇ ਕੋਈ ਬੰਦਾ ਘੋੜੇ 'ਤੇ ਜਾ ਰਿਹਾ, ਜਾਂ ਊਂਠ ਫਿਰ ਰਹੇ ਨੇ, ਜਾਂ ਇਸ ਤਰ੍ਹਾਂ ਦੇ ਉਹ ਬੱਦਲਾਂ ਦੇ ਕਰਕੇ ਦਿਖਾਈ ਦਿੰਦਾ ਹੈ। ਪਰ ਉਹ ਸੱਤ ਨਹੀਂ ਹੁੰਦਾ, ਉਹ ਸਾਡੀਆਂ ਅੱਖਾਂ ਦੀ ਭ੍ਰਾਂਤੀ ਹੁੰਦੀ ਹੈ। ਹਵਾ ਦੇ ਚੱਲਣ ਨਾਲ ਜਦੋਂ ਬੱਦਲ ਚਲੇ ਜਾਂਦੇ ਨੇ ਉਹ ਸਾਰਾ ਕੁਝ ਮਿਟ ਜਾਂਦਾ ਹੈ। ਪਰ ਇਹ ਜਿਹੜਾ ਸੰਸਾਰ ਹੈ ਸਾਨੂੰ ਇਹ ਦਿਖਾਈ ਦੇ ਰਿਹਾ ਵੀ ਇਹ ਧੀਆਂ ਪੁੱਤਰ, ਇਹ ਪਰਿਵਾਰ, ਇਹ ਸ਼ਹਿਰ ਨਗਰ, ਇਹ ਗ੍ਰਾਮ, ਇਹ ਸਾਰਾ ਕੁਝ ਹੈ ਇਹ ਭਰਮ। ਇਹ ਆਪਾਂ ਨੂੰ ਲੱਗਦਾ ਵੀ ਬੜਾ ਸੋਹਣਾ ਸ਼ਹਿਰ ਵਸ ਰਿਹਾ ਹੈ। ਧੰਨ ਗੁਰੂ ਅਰਜਨ ਦੇਵ ਜੀ ਕਹਿੰਦੇ ਮਹਾ ਭਿਆਨ ਉਦਿਆਨ ਨਗਰ ਕਰ ਮਾਨਿਆ। ਹੈ ਤਾਂ ਬੜਾ ਭਿਆਨ, ਪਰ ਇਹਨਾਂ ਅੱਖਾਂ ਨਾਲ ਨਹੀਂ ਦਿਸਣਾ ਵੀ ਇਹ ਭਿਆਨਕ ਜਗ੍ਹਾ ਜਿੱਥੇ ਮੈਂ ਬੈਠਾ ਹਾਂ ਬੜੀ ਭਿਆਨਕ ਜਗ੍ਹਾ ਹੈ ਜਿੱਥੇ ਮੈਂ ਰਹਿ ਰਿਹਾ ਹਾਂ। ਇਹ ਕਦੋਂ ਦਿਖਾਈ ਦਿੰਦੀ? ਜਦੋਂ ਬੰਦਾ ਮਰਦਾ ਹੈ ਨਾ, ਸਰੀਰ ਛੁੱਟ ਜਾਂਦਾ ਆਤਮਾ, ਉਦੋਂ ਫਿਰ ਦਿਖਾਈ ਦਿੰਦਾ ਵੀ ਤੇ ਉਜਾੜ ਬੀਆਬਾਨ ਸੀ। ਪਰ ਹੁਣ ਸਮਾਂ ਹੱਥ ਵਿੱਚੋਂ ਲੰਘ ਚੁੱਕਿਆ, ਨਾਮ ਜਪ ਨਹੀਂ ਸਕਦਾ। ਮਹਾ ਭਿਆਨ ਉਦਿਆਨ ਨਗਰ ਕਰ ਮਾਨਿਆ। ਝੂਠ ਸਮਗਰੀ ਪੇਖ ਸੱਚ ਕਰ ਜਾਣਿਆ। ਕਾਮ ਕ੍ਰੋਧ ਹੰਕਾਰ ਫਿਰੈ ਦੇਵਾਨਿਆ। ਸਿਰ ਲੱਗਾ ਜਮ ਡੰਡ ਤਾਂ ਪਛਤਾਨਿਆ। ਬਿਨ ਪੂਰੇ ਗੁਰਦੇਵ ਫਿਰੈ ਸ਼ੈਤਾਨਿਆ। ਉਦੋਂ ਪਛਤਾਉਂਦਾ ਪਰ ਉਦੋਂ ਸਮਾਂ ਲੰਘ ਜਾਂਦਾ ਹੈ। ਭਗਤ ਕਬੀਰ ਸਾਹਿਬ ਜੀ ਇੱਕ ਵਾਰੀ ਕਹਿੰਦੇ ਹਨ ਬਨਾਰਸ ਵਿੱਚ, ਉੱਥੇ ਹੁੰਦਾ ਹਰ ਸਾਲ ਬੜਾ ਭਾਰੇ ਕਹਿੰਦੇ ਮੇਲਾ ਲੱਗਾ, ਬੜੀ ਦੁਨੀਆ ਦੂਰੋਂ ਦੂਰੋਂ ਆਈ। ਅਤੇ ਜਿਹੜੇ ਭਗਤ ਕਬੀਰ ਸਾਹਿਬ ਦੇ ਕੁਝ ਮਰੀਦ ਚੇਲੇ ਸਾਨੂੰ ਕਹਿੰਦੇ ਭਗਤ ਜੀ ਚਲੋ ਆਪਾਂ ਵੀ ਚੱਲੀਏ ਮੇਲਾ ਵੇਖੀਏ। ਭਗਤ ਕਬੀਰ ਸਾਹਿਬ ਭਗਤ ਜੀ ਜਿਹੜੇ ਨੇ ਗੁਰਮੁਖ ਇਸ ਤਰ੍ਹਾਂ ਦੀਆਂ ਚੀਜ਼ਾਂ ਤੋਂ ਉਪਰਾਮ ਹੁੰਦੇ ਨੇ, ਅਸਲ ਵਿੱਚ ਉਹ ਸੱਚ ਨਾਲ ਜੁੜੇ ਹੁੰਦੇ ਨੇ। ਉਹਨਾਂ ਨੂੰ ਪਤਾ ਹੈ ਵੀ ਇਹ ਜਿਹੜਾ ਮੇਲਾ ਬਾਹਰ ਦਿਖਾਈ ਦੇ ਰਿਹਾ ਮੇਲਾ ਨਹੀਂ, ਇਹ ਤਾਂ ਉਜਾੜ ਹੀ ਹੈ। ਚੱਲ ਪਏ ਭਗਤਾਂ ਦੇ ਕਹਿਣ 'ਤੇ ਤੁਰੇ ਜਾਂਦੇ ਨੇ। ਸ਼ਹਿਰ ਵਿੱਚ ਰੰਗ ਤਮਾਸ਼ੇ ਹੋ ਰਹੇ ਨੇ, ਕਿਤੇ ਕੁਝ ਕਿਤੇ ਭੰਗੂੜੇ ਝੂਲੇ ਜਾ ਰਹੇ ਨੇ, ਕਿਤੇ ਮਠਿਆਈਆਂ, ਕਿਤੇ ਕੁਝ, ਰੁਕੇ ਨਹੀਂ। ਅਤੇ ਭਗਤ ਦੇ ਚੇਲੇ ਸੋਚਦੇ ਨੇ ਵੀ ਇਹਨੂੰ ਕਿਉਂ ਨਾਲ ਲੈ ਆਏ ਆ ਭਗਤ ਜੀ ਨੂੰ, ਅੱਜ ਤਾਂ ਮੇਲੇ ਦਾ ਸਵਾਦ ਵੀ ਖਰਾਬ ਹੋ ਗਿਆ ਹੈ, ਇਹ ਕਿਤੇ ਰੁਕਦੇ ਹੀ ਨਹੀਂ। ਅਤੇ ਕਈ ਵਾਰ ਵਿੱਚੋਂ ਬੋਲ ਕੇ ਕਹਿੰਦੇ ਨੇ ਭਗਤ ਜੀ ਉਹ ਦੇਖੋ ਸਾਹਮਣੇ ਵੇਖੋ ਕਿੰਨਾ ਸੋਹਣਾ ਕੌਤਕ ਹੋ ਰਿਹਾ ਹੈ। ਚਲੇ ਗਏ ਸ਼ਹਿਰ ਵਿੱਚੋਂ ਬਾਹਰ ਚਲੇ ਗਏ, ਕਾਫੀ ਦੂਰ ਬਾਹਰ ਨਿਕਲੇ। ਇੱਕ ਬਰੋਟੇ ਦੇ ਥੱਲੇ ਮਹਾਤਮਾ ਬੈਠਾ ਸਮਾਧੀ ਲਾ ਕੇ, ਪਰਮਾਤਮਾ ਵਿੱਚ ਧਿਆਨ ਜੋੜੀ ਬੈਠਾ ਹੈ। ਉੱਥੇ ਆ ਕੇ ਬੈਠ ਗਏ ਅਤੇ ਉਹ ਚੇਲੇ ਕਹਿਣ ਲੱਗੇ ਮਹਾਰਾਜ ਆਪਾਂ ਤਾਂ ਮੇਲਾ ਵੇਖਣ ਆਏ ਸੀ, ਤੁਸੀਂ ਤਾਂ ਬਾਹਰ ਉਜਾੜ ਵਿੱਚ ਆ ਕੇ ਬੈਠ ਗਏ ਹੋ। ਅਤੇ ਭਗਤ ਕਬੀਰ ਸਾਹਿਬ ਜੀ ਆਪਣੀ ਬਾਣੀ ਵਿੱਚ ਆਖਦੇ ਨੇ ਕਿ ਇੱਕ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਕਬੀਰ ਜੈ ਜੈ ਕੌਤਕ ਹੋਂ ਫਿਰਿਓ ਕੌਤਕ ਠਾਉ ਠਾਏ। ਕਬੀਰ ਜੈ ਜੈ ਹੋਂ ਫਿਰਿਓ ਕੌਤਕ ਠਾਏ ਠਾਏ। ਇੱਕ ਰਾਮ ਸਨੇਹੀ ਬਾਰਾ ਉਜਰ ਮੇਰੇ ਭਾਏ। ਮੈਂ ਜਿੱਥੋਂ ਵੀ ਲੰਘ ਕੇ ਆਇਆ ਜਿਹੜੇ ਕੌਤਕ ਹੋ ਰਹੇ ਸੀ ਥਾਂ ਥਾਂ 'ਤੇ, ਉਹ ਤਾਂ ਇਸ ਤਰ੍ਹਾਂ ਜਿਵੇਂ ਉਜਾੜ ਬੀਆਬਾਨ ਦੇ ਵਿੱਚ ਭੂਤ ਨੱਚਦੇ ਹੋਣ। ਵਸਦੀ ਹੋਈ ਥਾਂ ਕਿਹੜੀ ਹੈ? ਰਾਮ ਸਨੇਹੀ ਵਾਰ। ਜਿੱਥੇ ਰੱਬ ਦਾ ਭਗਤ ਨਹੀਂ, ਨਾਮ ਜਪਣ ਵਾਲਾ ਨਹੀਂ, ਉੱਥੇ ਤੇ ਉਜਾੜ ਹੈ। ਜਿੱਥੇ ਰੱਬ ਦਾ ਪਿਆਰਾ ਬੈਠਾ ਹੈ ਉੱਥੇ ਹੀ ਉਜਾੜ, ਉਹੀ ਵਸੋਂ ਵਾਲੀ ਜਗ੍ਹਾ ਹੈ। ਵਾਕਿਆ ਹੀ ਤੁਸੀਂ ਵੇਖੋ ਕਈ ਥਾਵਾਂ ਐਸੀਆਂ ਨੇ ਜਿੱਥੋਂ ਲੋਕ ਕਿਸੇ ਸਮੇਂ ਲੰਘਣ ਤੋਂ ਵੀ ਡਰਦੇ ਸੀ। ਜਦੋਂ ਉੱਥੇ ਕੋਈ ਰੱਬ ਦਾ ਪਿਆਰਾ ਆ ਕੇ ਬੈਠ ਗਿਆ, ਬੰਦਗੀ ਹੋਣ ਲੱਗ ਪਈ, ਉਹ ਜਗ੍ਹਾ 'ਤੇ ਮੰਗਲ ਹੋਣ ਲੱਗ ਪਏ। ਅੱਜ ਦੇਖੋ ਉਹ ਦੁਨੀਆ, ਉਹ ਧਰਤੀ ਨੂੰ ਪੂਜਿਆ ਜਾ ਰਿਹਾ ਹੈ। ਇਹ ਬਾਣੀ ਵਿੱਚ ਮਹਾਰਾਜ ਨੇ ਲਿਖਿਆ ਜਿੱਥੈ ਬੈਠਣ ਸਾਧ ਜਨ ਸੋ ਥਾਨ ਸੁਹੰਦਾ। ਇਹ ਨਾਮ ਦੀ ਮਹਿਮਾ ਹੈ। ਦੇਖੋ ਜਿਸ ਧਰਤੀ 'ਤੇ ਆਪਾਂ ਬੈਠੇ ਹਾਂ ਇਹ ਵੀ ਤਾਂ ਇਸੇ ਕਲੋਨੀ ਦੀ ਧਰਤੀ ਦਾ ਹਿੱਸਾ ਹੈ। ਜਦੋਂ ਆਪਾਂ ਇੱਥੋਂ ਲੰਘਦੇ ਹਾਂ, ਇਸ ਸੜਕ ਤੋਂ ਨਮਸਕਾਰ ਕਰਦੇ ਹਾਂ, ਹੋਰ ਕੋਠੀਆਂ ਨੂੰ ਕਿਉਂ ਨਹੀਂ ਨਮਸਕਾਰ ਕਰਦੇ? ਬੜਾ ਮਾਰਬਲ ਲੱਗਾ, ਬੜੀਆਂ ਸੋਹਣੀਆਂ ਕੋਠੀਆਂ,
ਇੱਥੇ ਕਿਸੇ ਰੱਬ ਦੇ ਪਿਆਰੇ ਨੇ ਚਰਨ ਪਾਏ ਨੇ, ਬੈਠ ਕੇ ਨਾਮ ਜਪਿਆ, ਬਾਣੀ ਪੜ੍ਹੀ ਹੈ, ਤੇ ਉਸ ਸਮੇਂ ਤੋਂ ਬਾਣੀ ਪੜ੍ਹੀ ਜਾ ਰਹੀ ਹੈ, ਨਾਮ ਜਪਿਆ ਜਾ ਰਿਹਾ ਹੈ। ਇਹ ਨਾਮ ਦੀ ਸ਼ਕਤੀ ਹੈ। ਜਿੱਥੈ ਬੈਠਣ ਸਾਧ ਜਨ ਸੋ ਥਾਨ ਸੁਹੰਦਾ, ਓਏ ਸੇਵਨ ਸਮਰਥ ਆਪਣਾ ਬਿਨਸੈ ਸਭ ਮੰਦਾ। ਤੋ ਭਰਮ ਕੀ ਹੈ, ਤਤ ਵਸਤੂ ਦਾ ਦਿਖਾਈ ਨਾ ਦੇਣਾ। ਜੋ ਦਿਖਾਈ ਦੇ ਰਿਹਾ ਉਹ ਸੱਚ ਨਹੀਂ, ਉਹਨੂੰ ਸੱਚ ਮੰਨ ਲੈਣਾ। ਬੱਬੈ ਬੂਝੈ ਨਾਹੀ ਮੂੜੇ, ਭਰਮ ਭੂਲੇ ਤੇਰਾ ਜਨਮ ਗਿਆ। ਭਰਮ ਵਿੱਚ ਪੈ ਗਿਆ, ਸਾਰਾ ਜਨਮ ਖਤਮ ਹੋ ਗਿਆ। ਭਰਮ ਪੈ ਗਿਆ ਮਿਰਗ ਨੂੰ, ਜੀਵਨ ਖਤਮ ਹੋ ਗਿਆ। ਜਿਉਂ ਕਸਤੂਰੀ ਮਿਰਗ ਨਾ ਜਾਣੈ, ਭਰਮ ਦਾ ਭਰਮ ਭੁਲਾਇਆ। ਮਿਰਗੀ ਨੂੰ, ਹਿਰਨ ਨੂੰ ਭਰਮ ਪੈ ਗਿਆ। ਜਦੋਂ ਸ਼ਿਕਾਰੀ ਨੇ ਪਕੜਨਾ ਹੁੰਦਾ ਨਾ ਕੰਡੇ ਹੇੜੇ ਦਾ, ਉਹ ਨਾਦ ਵਜਾਉਂਦਾ ਅਤੇ ਜਾ ਕੇ ਹਿਰਨ ਦੇ ਸ਼ਿਕਾਰ ਵਿੱਚ ਫਸ ਜਾਂਦਾ ਹੈ। ਇਸ ਤਰ੍ਹਾਂ ਭਰਮ ਦੀ ਹੋਰ ਵੀ ਡੈਫੀਨੇਸ਼ਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਇਹਦੀ ਜਿਹੜੀ ਪਰਿਭਾਸ਼ਾ ਦੱਸੀ ਗਈ, ਵਿਆਖਿਆ ਦੱਸੀ ਗਈ ਹੈ। ਭਗਤ ਰਵਿਦਾਸ ਜੀ ਨੇ ਆਪਣੇ ਉਸ ਸ਼ਬਦ ਦੇ ਵਿੱਚ ਕਈ ਤਰ੍ਹਾਂ ਦਾ ਭਰਮ ਦੱਸਿਆ ਹੈ। ਇੱਕ ਤਾਂ ਇਹ, ਜਿਵੇਂ ਪਾਣੀ ਵਿੱਚ ਲਹਿਰਾਂ ਪੈਦਾ ਹੁੰਦੀਆਂ ਨੇ ਅਤੇ ਉਹਨਾਂ ਲਹਿਰਾਂ ਨੂੰ ਸੱਚ ਮੰਨ ਲੈਣਾ, ਸਮੁੰਦਰ ਨੂੰ ਜਾਣਨਾ ਹੀ ਨਾ। ਆਪਾਂ ਇਸ ਜਿਹੜੇ ਸਰੀਰ ਦਿਖਾਈ ਦੇ ਰਹੇ ਨੇ, ਇਹਨਾਂ ਨੂੰ ਤਾਂ ਆਪਾਂ ਸੱਚ ਮੰਨ ਲਿਆ, ਪਰ ਜਿਸ ਵਿੱਚੋਂ ਸਰੀਰ ਆਏ ਨੇ ਉਹਨੂੰ ਜਾਣਿਆ ਹੀ ਨਹੀਂ। ਲਹਿਰਾਂ ਕਿੱਥੋਂ ਪੈਦਾ ਹੁੰਦੀਆਂ ਨੇ? ਸਮੁੰਦਰ ਵਿੱਚੋਂ ਪੈਦਾ ਹੁੰਦੀਆਂ ਨੇ ਨਾ, ਅਤੇ ਸਮੁੰਦਰ ਦੀ ਜਾਣਕਾਰੀ ਰੱਖਣੀ ਚਾਹੀਦੀ ਸੀ। ਸਮੁੰਦਰ ਤਾਂ ਇੱਕੋ, ਲਹਿਰਾਂ ਪਤਾ ਨਹੀਂ ਕਿੰਨੀਆਂ ਕੁ ਪੈਦਾ ਹੁੰਦੀਆਂ ਨੇ। ਇਸੇ ਤਰ੍ਹਾਂ ਇਹ ਸਾਰੇ ਜੀਵ ਲਹਿਰਾਂ ਨੇ, ਵਾਹਿਗੁਰੂ ਵਿੱਚੋਂ ਪੈਦਾ ਹੋਏ ਨੇ, ਉਸ ਨੂੰ ਜਾਣਿਆ ਹੀ ਨਹੀਂ ਹੈ। ਜਬ ਹਮ ਹੋਤੇ ਤਬ ਤੂੰ ਨਾਹੀ, ਅਬ ਤੂੰ ਹੀ ਮੈਂ ਨਾਹੀ। ਅਨਲ ਅਗਮ ਜੈਸੇ ਲਹਿਰ ਮਏ ਉਦਦ। ਉਦਦ ਨਾਮ ਹੈ ਸਮੁੰਦਰ ਦਾ। ਸਮੁੰਦਰ ਵਿੱਚ ਕਿੰਨੀਆਂ ਲਹਿਰਾਂ ਨੇ। ਜੁੜਨਾ ਸੀ ਸਮੁੰਦਰ ਨਾਲ, ਜੁੜ ਗਏ ਲਹਿਰਾਂ ਨਾਲ। ਆਪਾਂ ਸਰੀਰਾਂ ਨਾਲ ਤਾਂ ਜੁੜ ਗਏ, ਵਾਹਿਗੁਰੂ ਨਾਲ ਨਹੀਂ ਜੁੜੇ। ਇੱਕ ਭਰਮ ਤਾਂ ਇਹ ਹੋ ਗਿਆ, ਲਹਿਰ ਨੂੰ ਸੱਚ ਕਰਕੇ ਮੰਨ ਲਿਆ, ਸਮੁੰਦਰ ਨੂੰ ਜਾਣਿਆ ਹੀ ਨਹੀਂ। ਦੂਜਾ ਭਰਮ ਭਗਤ ਰਵਿਦਾਸ ਜੀ ਅੱਗੇ ਕਹਿੰਦੇ ਨੇ ਕਿ ਮਾਧਵੇ ਕਿਆ ਕਹੀਐ, ਭਰਮ ਐਸਾ ਜੈਸਾ ਮਾਨੀਐ ਹੋਏ ਨਾ ਤੈਸਾ। ਨਰਪਤ ਏਕ ਸਿੰਘਾਸਣ ਸੋਇਆ, ਸੁਪਨੇ ਪਿਆ ਭਿਖਾਰੀ। ਸੁਪਨਾ ਆ ਗਿਆ, ਨੀਂਦ ਆ ਗਈ। ਇੱਕ ਭਰਮ ਉਹ ਹੈ, ਰਾਜਾ ਭਿਖਾਰੀ ਬਣ ਗਿਆ, ਸੁਪਨੇ ਵਿੱਚ ਸੁੱਤਾ ਹੋਇਆ। ਦੂਸਰਾ ਭਰਮ ਇਹ ਹੈ, ਅਛਤ ਰਾਜ ਵਿਚਰਤ ਦੁਖ ਪਾਇਆ, ਸੋ ਗਤ ਭਈ ਹਮਾਰੀ। ਤੀਜਾ ਭਰਮ ਕੀ ਹੈ, ਰਾਜ ਭੁਜੰਗ ਪਰ ਸੰਗ ਜੈਸੇ ਹੈ। ਅਵ ਕਛ ਮਰਮ ਜਨਾਇਆ। ਰਾਜ ਨਾਮ ਰੱਜੂ ਤੋਂ ਬਣਿਆ, ਰੱਜੂ ਨਾਮ ਹੈ ਰੱਸੇ ਦਾ। ਰੱਸਾ ਪਿਆ ਹਨੇਰਾ ਹੋਣ ਕਰਕੇ, ਰੱਸਾ ਕੂਲਾ ਜਿਹਾ ਸੀ, ਪੈਰ ਥੱਲੇ ਆ ਗਿਆ। ਬੰਦੇ ਨੂੰ ਡਰ ਲੱਗਾ ਹਨੇਰੇ ਕਰਕੇ, ਪੈਰ ਥੱਲੇ ਸੱਪ ਆ ਗਿਆ ਹੈ, ਪਰ ਹੈ ਸੀ ਰੱਸਾ। ਰਾਜ ਭੁਜੰਗ ਪਰ ਸੰਗ ਜੈਸੇ ਹੈ, ਅਵ ਕਛ ਮਰਮ ਜਨਾਇਆ। ਅਨ ਕਟਕ ਜੈਸੇ ਭੂਲ ਪਰੇ, ਅਵ ਕਹਿਤੇ ਕਹਿਣ ਨ ਆਇਆ। ਫਿਰ ਅੱਗੇ ਚੌਥਾ ਭਰਮ ਭਗਤ ਰਵਿਦਾਸ ਜੀ ਕਹਿੰਦੇ, ਸੋਨੇ ਤੋਂ ਕਿੰਨੇ ਗਹਿਣੇ ਬਣੇ। ਆਪਾਂ ਕਹਿੰਦੇ ਸੋਨੇ ਦਾ ਕੜਾ ਹੈ, ਸੋਨੇ ਦੀ ਮੁੰਦੀ ਹੈ, ਹਾਰ ਹੈ, ਜੋ ਵੀ ਹੈ, ਪਰ ਇਹ ਨਹੀਂ ਕਹਿੰਦੇ ਸੋਨਾ ਹੀ ਹੈ। ਉਹਦਾ ਨਾਂ ਵੱਖਰਾ ਲੈਣ ਲੱਗ ਪਏ। ਤਾਂ ਇਸੇ ਤਰ੍ਹਾਂ ਇਹ ਜਿਹੜਾ ਸੰਸਾਰ ਦਾ ਨਾਂ ਤੇ ਵੱਖੋ ਵੱਖਰਾ ਲੈਣ ਲੱਗ ਪਏ। ਜਿਸ ਵਾਹਿਗੁਰੂ ਤੇ ਸੋਨਾ ਬਣਿਆ ਉਹਦਾ ਨਾਂ ਹੀ ਨਹੀਂ ਲਿਆ ਹੈਗਾ। ਤੋ ਗੁਰੂ ਪਾਤਸ਼ਾਹ ਜੀ ਕਹਿੰਦੇ ਇਸ ਤਰ੍ਹਾਂ ਭਰਮ ਵਿੱਚ ਪੈ ਕੇ ਜਨਮ ਵਿਅਰਥ ਗਵਾ ਲਿਆ। ਅਣਹੋਂਦਾ ਨਾਉ ਧਰਾਇਆ, ਪਾਦਾ ਅਵਰਾ ਕਾ ਭਾਰ ਤੁਧ ਲਿਆ। ਪਾਂਧਾ ਨਾਮ ਹੈ ਜਿਹਨੂੰ ਰਸਤੇ ਦੀ ਜਾਣਕਾਰੀ ਹੈ। ਬੜਾ ਗਹਿਰਾ ਸ਼ਬਦ ਹੈ ਪਾਂਧਾ। ਟੀਚਰ, ਅਧਿਆਪਕ। ਪਾਂਧਾ ਜਿਹਨੂੰ ਜਾਣਕਾਰੀ ਰਸਤੇ ਦੀ ਹੈ। ਜਾਣਕਾਰੀ ਕਿਹਨੂੰ ਹੁੰਦੀ ਰਸਤੇ ਦੀ? ਜਿਹੜਾ ਰਸਤੇ 'ਤੇ ਸਾਰੇ ਰਸਤੇ 'ਤੇ ਗਿਆ ਹੋਵੇ, ਰਸਤੇ ਦਾ ਉਹਨੇ ਪੜਚੋਲ ਕੀਤੀ ਹੋਵੇ ਚੰਗੀ ਤਰ੍ਹਾਂ,
ਤੇ ਜਿਹੜਾ ਕੋਈ ਨਵਾਂ ਬੰਦਾ ਉਹਨੂੰ ਉਹ ਗਿਆਨ ਦਿੰਦਾ ਵੀ ਇਹ ਰਸਤਾ ਇੱਥੋਂ ਇੰਨੇ ਕਿਲੋਮੀਟਰ ਹੈ, ਇਸ ਰਸਤੇ ਵਿੱਚ ਇਸ ਤਰ੍ਹਾਂ ਦੀਆਂ ਦੁਸ਼ਵਾਰੀਆਂ ਨੇ, ਇਸ ਰਸਤੇ ਵਿੱਚ ਤੈਨੂੰ ਇਹ ਕੁਝ ਮਿਲ ਸਕਦਾ। ਉਹ ਉਸ ਪੰਧ ਬਾਰੇ ਆਪਾਂ ਨੂੰ ਦੱਸਦਾ ਹੈ। ਪਾਤਸ਼ਾਹ ਜੀ ਕਹਿੰਦੇ ਪੰਧਾ ਤਾਂ ਤੂੰ ਬਣ ਗਿਆ, ਪਰ ਰਸਤੇ ਬਾਰੇ ਤੈਨੂੰ ਪਤਾ ਹੀ ਨਹੀਂ ਹੈ ਵੀ ਰਸਤਾ ਕਿਸ ਤਰ੍ਹਾਂ ਦਾ ਹੈ। ਕੋਈ ਅਣਜਾਣ ਬੰਦਾ ਆਪਾਂ ਨੂੰ ਗਲਤ ਰਸਤੇ ਪਾ ਦੇ, ਆਪਾਂ ਕਿੰਨੇ ਖੁਆਰ ਹੁੰਦੇ ਹਾਂ। ਉਹਨੂੰ ਪਤਾ ਨਹੀਂ ਸੀ ਰਸਤੇ ਵਿੱਚ ਇੱਥੇ ਕੁਝ ਹੋ ਜਾਂਦਾ ਹੈ। ਜਿਹੜੇ ਚੰਗੀ ਤਰ੍ਹਾਂ ਜਾਣਕਾਰ ਨੇ ਨਾ ਰਸਤੇ, ਜਿਹੜੀਆਂ ਸੰਗਤਾਂ ਹਜ਼ੂਰ ਸਾਹਿਬ ਜਾਂਦੀਆਂ ਨੇ ਜਾਂ ਦੂਰ ਦਰੇਡੇ ਜਿਹੜੇ ਗੁਰਮੁਖ ਉੱਥੇ ਕਈ ਵਾਰ ਜਾ ਕੇ ਆਏ, ਉਹਨੂੰ ਦੱਸ ਦਿੰਦੇ ਨੇ ਬਈ ਤੂੰ ਇਹ ਸਮਾਨ ਨਾਲ ਲੈ ਲਈਏ, ਉੱਥੇ ਇਹ ਸਟੇਸ਼ਨ ਆਉਣਾ, ਉੱਥੇ ਇਹ ਦਿੱਕਤ ਆ ਸਕਦੀ ਹੈ, ਉੱਥੇ ਇਹ ਹੋ ਸਕਦਾ, ਉੱਥੇ ਫਲਾਣੇ ਸਟੇਸ਼ਨ 'ਤੇ ਬਹੁਤਾ ਇਹ ਖਤਰਾ ਹੈ, ਤੁਹਾਡੀ ਜੇਬ ਕੱਟੀ ਜਾ ਸਕਦੀ ਹੈ, ਉੱਥੇ ਤੁਹਾਨੂੰ ਇਹ ਦਿੱਕਤ ਆ ਸਕਦੀ ਹੈ, ਇੰਨਾ ਪੈਸਾ ਲੈ ਲਓ ਜੇ ਕੋਲ। ਅਤੇ ਆਪਾਂ ਫਿਰ ਸੁਚੇਤ ਹੋ ਕੇ ਜਾਂਦੇ ਹਾਂ। ਅਤੇ ਜਿਹਨੂੰ ਪਤਾ ਨਹੀਂ ਤੋਰ ਦੇਵੇ, ਆਪਾਂ ਫਿਰ ਆਹ ਵਿੱਚ ਫਸ ਜਾਵਾਂਗੇ, ਲੁੱਟੇ ਜਾਵਾਂਗੇ। 100 ਤਰ੍ਹਾਂ ਦੀਆਂ ਪਰੇਸ਼ਾਨੀਆਂ। ਮਹਾਰਾਜ ਕਹਿੰਦੇ ਤੂੰ ਦੁਨੀਆ ਨੂੰ ਸਿੱਖਿਆ ਤਾਂ ਦੇ ਰਿਹਾ ਹੈ, ਬੱਚਿਆਂ ਨੂੰ ਪੜ੍ਹਾ ਤਾਂ ਰਿਹਾ ਹੈ, ਪਰ ਅਣਹੋਂਦਾ ਨਾਮ ਧਰਾਇਆ, ਜਾਣਕਾਰੀ ਤੈਨੂੰ ਕੋਈ ਨਹੀਂ ਹੈ। ਮਨ ਅੰਧਾ ਨਾਉ ਸੁਜਾਨ, ਨਾਮ ਗੁਰਮੁਖ ਰੱਖਿਆ, ਕੰਮ ਸਾਰੇ ਮਨਮੁਖਾਂ ਵਾਲੇ ਨੇ। ਨਾਮ ਸੱਜਣ ਸਿੰਘ ਰੱਖਿਆ, ਕੰਮ ਸਾਰੇ ਦੁਸ਼ਮਣਾਂ ਵਾਲੇ ਕਰਦਾ ਹੈ। ਸਾਰਿਆਂ ਨਾਲ ਹੀ ਦੁਸ਼ਮਣੀ ਹੈ, ਨਾਮ ਸੱਜਣ ਸਿੰਘ ਰੱਖਿਆ ਹੋਇਆ ਹੈ। ਨਾਮ ਸੁੱਚਾ ਸਿੰਘ ਅੱਤ ਦਾ ਝੂਠਾ ਹੈ, ਅੱਤ ਦੀ ਝੂਠ ਨਾਲ ਭਰਿਆ ਹੋਇਆ ਹੈ। ਇਸ ਤਰ੍ਹਾਂ ਸਾਰੇ ਨਾਮ ਜਿੰਨੇ ਵੀ ਉਹਨੂੰ ਵਿਚਾਰੀਏ ਤੇ ਆਪਾਂ, ਮਹਾਰਾਜ ਕਹਿੰਦੇ ਨਾਮ ਜਿਹੜਾ ਧਰਾਇਆ ਉਹਦੇ 'ਤੇ ਪੂਰਾ ਨਹੀਂ ਉਤਰਿਆ। ਅਣਹੋਂਦਾ ਨਾਉ ਧਰਾਇਆ ਪਾਧਾ, ਅਵਰਾ ਕਾ ਭਾਰ ਤੁਧ ਲਿਆ, ਹੋਰਾਂ ਦਾ ਭਾਰ ਆਪਣੇ ਸਿਰ ਚੁੱਕ ਲਿਆ। ਆਪਣਾ ਚੁੱਕਣ ਜੋਗਾ ਹੈ ਨਹੀਂ ਸੀ, ਕਮਜ਼ੋਰ ਸੀ, ਬਿਮਾਰ ਸੀ, ਅਤੇ ਹੋਰ ਦੀ ਪੰਡ ਨਾਲ ਚੁੱਕ ਲਈ ਤੇ ਫਿਰ ਮਰਨਾ ਹੀ ਹੈ। ਐਸਾ ਇਸ ਜੀਵ ਦਾ ਹਾਲ ਹੈ, ਆਪਣੇ ਆਪ ਦਾ ਪਤਾ ਨਹੀਂ। ਅਤੇ ਪਾਤਸ਼ਾਹ ਜੀ ਕਹਿੰਦੇ ਹੋਰਾਂ ਨੂੰ ਗਿਆਨ ਦੇ ਰਿਹਾ ਹੈ, ਹੋਰਾਂ ਨੂੰ ਗਿਆਨ ਵੰਡ ਰਿਹਾ ਹੈ। ਐਸਾ ਇਹ ਜੀਵ ਹੋ ਰਿਹਾ ਹੈ ਸੰਸਾਰ ਦੇ ਵਿੱਚ। ਤੋ ਇਸ ਤਰ੍ਹਾਂ ਸਾਹਿਬ ਸੱਚੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਜੱਜੈ ਜੋਤ ਹਿਰ ਲਈ ਤੇਰੀ ਮੂੜੇ, ਅੰਤ ਗਿਆ ਪਛਤਾਵੇਗਾ। ਹੇ ਮੂਰਖ, ਜੱਜੇ ਅੱਖਰ ਦੁਆਰਾ ਮਹਾਰਾਜ ਕਹਿੰਦੇ ਜਦੋਂ ਤੇਰੀ ਜੋਤ ਇਹ ਆਤਮਕ ਸ਼ਕਤੀ ਤੇਰੇ ਕੋਲੋਂ ਵਾਪਸ ਲੈ ਲਈ, ਫਿਰ ਤੂੰ ਬੜਾ ਪਛਤਾਵੇਂਗਾ। ਏਕ ਸ਼ਬਦ ਤੂੰ ਚੀਨੈ ਨਾਹੀ, ਫਿਰ ਫਿਰ ਜੂਨੀ ਆਵੇਗਾ। ਇੱਕ ਵਾਹਿਗੁਰੂ ਦੇ ਸ਼ਬਦ ਨੂੰ ਤੂੰ ਜਾਣਿਆ ਨਹੀਂ, ਏਕ ਸ਼ਬਦ ਤੂੰ ਚੀਨੈ ਨਾਹੀ, ਫਿਰ ਫਿਰ ਜੂਨੀ ਆਵੇਂਗਾ। ਵਾਰ ਵਾਰ 84 ਲੱਖ ਜੂਨੀਆਂ ਦੇ ਵਿੱਚ ਆਵੇਂਗਾ, ਜੰਮਦਾ ਮਰਦਾ ਰਹੇਗਾ। ਇਸ ਤਰ੍ਹਾਂ ਸਾਹਿਬ ਸੱਚੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਪਾਵਨ ਬਾਣੀ ਦੁਆਰਾ ਉਪਦੇਸ਼ ਬਖਸ਼ਿਆ ਹੈ। ਸਤਿਗੁਰੂ ਜੀ ਦੀ ਅਗਾਧ ਬੋਧ ਬਾਣੀ ਦੀਆਂ ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।